ਇਹ ਮੇਰੀ ਜ਼ਿੰਦਗੀ ਦੀਆਂ ਧੁੱਪਾਂ ਛਾਵਾਂ ਦੀ ਸੰਖੇਪ ਕਹਾਣੀ ਹੈ। ਮੇਰੇ ਬਚਪਨ ਵਿੱਚ ਮੁਸ਼ਕਲਾਂ ਸਨ, ਪਰ ਅਸੰਭਵ ਕੁਝ ਨਹੀਂ ਸੀ। ਬਹੁਤ ਕੁਝ ਵਾਪਰਿਆ ਅਤੇ ਵਾਪਰਦਾ ਰਿਹਾ, ਪਰ ਹਰ ਘਟਨਾ ਬੜੀ ਦਿਲਚਸਪ ਸੀ। ਜਵਾਨੀ ਵਿੱਚ ਹਾਰਾਂ ਅਤੇ ਅਸਫਲਤਾਵਾਂ ਅਨੇਕਾਂ ਸਨ, ਪਰ ਅਵਸਰਾਂ ਅਤੇ ਅਨੁਭਵਾਂ ਦੀਆਂ ਡੂੰਘੀਆਂ ਸਿਖਰਾਂ ਦੀ ਭਰਮਾਰ ਵੀ ਸੀ। ਜ਼ਿੰਦਗੀ ਦੀ ਹਰ ਸਵੇਰ ਵਿੱਚ ਸੱਜਰੀ ਉਮੀਦ ਸੀ। ਹਰ ਰੋਜ਼ ਕੁਝ ਨਵਾਂ ਵਾਪਰਦਾ ਸੀ। ਮਸ਼ਾਲਾਂ ਵਰਗੇ ਸਾਥੀਆਂ ਅਤੇ ਫੁਲਕਾਰੀਆਂ ਵਰਗੀਆਂ ਨਾਰਾਂ ਨੇ ਮੇਰੀਆਂ ਉਦਾਸੀਆਂ ਵਿੱਚ ਸ਼ਿੱਦਤ ਅਤੇ ਮਾਯੂਸੀਆਂ ਵਿੱਚ ਰੌਣਕ ਭਰੀ। ਜਿੱਤ ਦੇ ਭਰੋਸੇ ਵਾਲੀ ਇਹ ਸਵੈ ਜੀਵਨੀ ਜ਼ਿੰਦਗੀ ਦੀਆਂ ਵੰਗਾਰਾਂ ਅਤੇ ਚੁਣੌਤੀਆਂ ਵਿੱਚੋਂ ਤਲਾਸ਼ੇ ਅਵਸਰਾਂ ਦੀ ਦਾਸਤਾਨ ਹੈ, ਜਿਸ ਵਿੱਚ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਪਨਿਆਂ ਦੇ ਰੰਗ ਅਤੇ ਜੀਵਨ ਵਿੱਚ ਕਮਾਏ ਅਤੇ ਮਾਣੇ ਝੂਟਿਆਂ ਦੇ ਹੁਲਾਰੇ ਹਨ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੇ ਕੋਲ ਸਵੈ ਜੀਵਨੀ ਧੁੱਪਾਂ ਛਾਵਾਂ। ਇਹ ਸਵੈ ਜੀਵਨੀ ਨਰਿੰਦਰ ਸਿੰਘ ਕਪੂਰ ਦੀ ਸਵੈ ਜੀਵਨੀ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ ਪੜ੍ਹਿਆ ਜਾਣ ਵਾਲਾ ਲੇਖਕ ਹੈ ਨਰਿੰਦਰ ਸਿੰਘ ਕਪੂਰ। ਇਹਨਾਂ ਦੀਆਂ ਕਿਤਾਬਾਂ ਦੀ ਮੰਗ ਬਹੁਤ ਜ਼ਿਆਦਾ, ਬਹੁਤ ਪਾਠਕ ਪੈਦਾ ਕੀਤੇ ਆ ਨਰਿੰਦਰ ਸਿੰਘ ਕਪੂਰ ਨੇ। ਵਾਰਤਕ ਵਿੱਚ ਬਹੁਤ ਵੱਡਾ ਨਾਮ ਹੈ ਨਰਿੰਦਰ ਸਿੰਘ ਕਪੂਰ ਦਾ। ਇਹਨਾਂ ਦੀਆਂ ਕਿਤਾਬਾਂ ਦਾ ਇੰਤਜ਼ਾਰ ਰਹਿੰਦਾ ਇਹਨਾਂ ਦੇ ਪਾਠਕਾਂ ਨੂੰ। ਕੁਝ ਹੋਰ ਕਿਤਾਬਾਂ ਲੇਖਕ ਦੀਆਂ। ਇੱਕ ਇਹ ਕਿਤਾਬ ਹੈ ਆਤੂ ਖੋਜੀ, ਗੁਰਮੀਤ ਕੜਿਆਲਵੀ ਦੀ। ਸਮਾਂ ਹੋਵੇ ਤਾਂ ਜ਼ਰੂਰ ਪੜ੍ਹ ਲੈਣਾ। ਕਹਾਣੀ ਸੰਗ੍ਰਹਿ ਆ। ਬਹੁਤ ਘੱਟ ਲੇਖਕ ਆ ਜੋ ਅੱਜ ਦੇ ਸਮੇਂ ਵਿੱਚ ਵੀ ਬਹੁਤ ਬਰੀਕ ਸੂਝ ਬੂਝ ਨਾਲ ਲਿਖਦੇ ਆ, ਨਹੀਂ ਤਾਂ ਬਸ। ਲੇਖਕ ਦੀਆਂ ਕੁਝ ਹੋਰ ਕਿਤਾਬਾਂ ਧੁੱਪਾਂ ਛਾਵਾਂ, ਸਵੈ ਜੀਵਨੀ, ਮਾਲਾ ਮਣ ਕੇ, ਕੱਲਿਆਂ ਦਾ ਕਾਫਲਾ, ਮਾਲਾ ਮਣ ਕੇ ਭਾਗ ਦੂਜਾ ਆਇਆ ਇਸ ਦਾ, ਖਿੜਕੀਆਂ ਕੁੰਜੀਆਂ, ਸੱਚੋ ਸੱਚ ਸਫ਼ਰਨਾਮਾ ਇਹਨਾਂ ਦਾ, ਲੇਖ ਸੰਗ੍ਰਹਿ, ਦਰ ਦਰਵਾਜ਼ੇ, ਬੁਨਿਆਦਾਂ, ਡੂੰਘੀਆਂ ਸਿਖਰਾਂ, ਰਾਹ ਰਸਤੇ। ਇਹ ਕਿਤਾਬ ਪੜ੍ਹ ਲੈਣਾ, ਰਾਹ ਰਸਤੇ ਬਹੁਤ ਹੀ ਵਧੀਆ ਕਿਤਾਬ ਹੈ। ਅੰਤਰ ਝਾਤ, ਆਮੋ ਸਾਹਮਣੇ, ਬੂਹੇ ਬਾਰੀਆਂ, ਸੁਖਨ ਸੁਨੇਹੇ, ਵਿਆਖਿਆ ਵਿਸ਼ਲੇਸ਼ਣ, ਤਰਕ ਵੇਦ, ਰੋਸ਼ਨੀਆਂ। ਸਕੂਲ ਵਿਦਿਆਰਥੀਆਂ ਲਈ ਲੇਖ ਸੰਗ੍ਰਹਿ, 9ਵੀਂ 10ਵੀਂ 11ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਕਿਤਾਬਾਂ ਦਿੱਤੀਆਂ ਜਾ ਸਕਦੀਆਂ। ਜੋ ਕਈ ਵਾਰ ਸ਼ੀਲਡਾਂ ਵਗੈਰਾ ਦਿੱਤੀਆਂ ਜਾਂਦੀਆਂ 100-150 ਵਾਲੀਆਂ, ਉਹਨਾਂ ਦੀ ਜਗ੍ਹਾ ਜੇਕਰ ਕਿਤਾਬਾਂ ਹੀ ਦਿੱਤੀਆਂ ਜਾਣ ਤਾਂ ਜ਼ਿਆਦਾ ਠੀਕ ਹੈ ਮੇਰੇ ਹਿਸਾਬ ਨਾਲ। ਬਾਕੀ ਸਭ ਦਾ ਆਪਣਾ ਆਪਣਾ ਹਿਸਾਬ ਹੁੰਦਾ। ਨਿੱਕੀਆਂ ਨਿੱਕੀਆਂ ਗੱਲਾਂ, ਸ਼ੁਭ ਇੱਛਾਵਾਂ, ਮੇਲ ਜੋਲ, ਆਲੋਚਨਾ ਅਤੇ ਖੋਜ ਦੀਆਂ ਕਿਤਾਬਾਂ ਇਹਨਾਂ ਦੀਆਂ। ਪੰਜਾਬੀ ਪੱਤਰਕਾਰੀ ਦਾ ਵਿਕਾਸ, ਮਾਰਟਨ ਲੂਥਰ ਕਿੰਗ, ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ, ਗਿਆਨੀ ਦਿੱਤ ਸਿੰਘ, ਜੀਵਨ ਤੇ ਰਚਨਾ, ਅਨੁਵਾਦ ਵੀ ਕੀਤਾ। ਤੁਰਗ ਨੇ ਪਿਓ ਪੁੱਤਰ, ਜਵਾਹਰ ਲਾਲ ਨਹਿਰੂ, ਗਾਥਾ ਭਾਰਤ ਦੇਸ਼ ਦੀ, ਜੱਸਾ ਸਿੰਘ ਆਹਲੂਵਾਲੀਆ, ਭਾਈ ਵੀਰ ਸਿੰਘ, ਬਾਬਾ ਨੌਧ ਸਿੰਘ ਅੰਗਰੇਜ਼ੀ ਵਿੱਚ, ਸਦੀਵੀ ਵਿਦਰੋਹੀ ਭਗਤ ਸਿੰਘ। ਸਮਰਪਣ, ਜੀਵਨ ਵਿੱਚ ਪ੍ਰਭਾਵਿਤ ਕਰਨ ਵਾਲੇ ਜਿਨ੍ਹਾਂ ਅਣਗਿਣਤ ਪੁਰਸ਼ਾਂ ਅਤੇ ਇਸਤਰੀਆਂ ਦੇ ਸੰਪਰਕ ਵਿੱਚ ਆਉਣ ਦਾ ਸੁਭਾਗ ਮਿਲਿਆ, ਉਹਨਾਂ ਪ੍ਰਤੀ ਧੰਨਵਾਦ ਅਤੇ ਸ਼ੁਕਰਾਨੇ ਦੀ ਭਾਵਨਾ ਨਾਲ ਆਪਣੇ ਜੀਵਨ ਦੀਆਂ ਧੁੱਪਾਂ ਛਾਵਾਂ ਦੇ ਸੰਖੇਪ ਵੇਰਵੇ ਅਰਪਣ ਕਰਨ ਦੀ ਖੁਸ਼ੀ ਮਾਰ ਰਿਹਾ ਹਾਂ। ਇਹਦੇ ਵਿੱਚ ਘਟਨਾਵਾਂ ਜਿਹੜੀਆਂ ਬੜੀਆਂ ਸੰਖੇਪ ਵੇਰਵੇ ਦੇ ਨਾਲ ਦਿੱਤੀਆਂ ਗਈਆਂ, ਛੋਟੀਆਂ ਛੋਟੀਆਂ ਘਟਨਾਵਾਂ ਦਿੱਤੀਆਂ ਗਈਆਂ। ਵੱਖਰੀ ਜਿਹੀ ਤਰ੍ਹਾਂ ਦੀ ਸਵੈ ਜੀਵਨੀ ਹੈ। ਸਵੈ ਜੀਵਨੀ ਲਿਖਣ ਦਾ ਨਿਰਣਾ ਜੀਵਨ ਦੇ ਹੋਰ ਨਿਰਣਿਆਂ ਵਾਂਗ ਬਹੁਤ ਪਹਿਲਾਂ ਕੀਤਾ ਜਾਂਦਾ ਹੈ, ਪਰ ਇਸ ਨਿਰਣੇ 'ਤੇ ਅਮਲ ਕਰਨਾ ਮੁਲਤਵੀ ਹੁੰਦਾ ਰਹਿੰਦਾ ਹੈ।
ਇਸ ਨਿਰਣੇ 'ਤੇ ਅਮਲ ਉਦੋਂ ਕੀਤਾ ਜਾਂਦਾ ਹੈ ਜਦੋਂ ਜੀਵਨ ਦੇ ਇੱਕ ਪੜਾਅ 'ਤੇ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜੋ ਕੁਝ ਮਹੱਤਵਪੂਰਨ ਵਾਪਰਨਾ ਸੀ ਉਹ ਵਾਪਰ ਚੁੱਕਿਆ ਹੈ। ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਸੰਸਾਰ ਨੂੰ ਦਿੱਤਾ ਘੱਟ ਹੈ ਪਰ ਮੈਨੂੰ ਮਿਲਿਆ ਵਧੇਰੇ ਹੈ। ਦਿਸਣ ਨੂੰ ਭਾਵੇਂ ਸਭ ਕੁਝ ਠੀਕ ਲੱਗਦਾ ਹੈ ਪਰ ਭਰੋਸਾ ਮੁੱਕਦਾ ਜਾ ਰਿਹਾ ਹੈ। ਅਖੀਰਲੀ ਘੰਟੀ ਤੋਂ ਪਹਿਲਾਂ ਬਸਤਾ ਬੰਨ੍ਹ ਕੇ ਤਿਆਰ ਬੈਠਿਆ ਖਿਆਲ ਆਇਆ ਕਿ ਆਪਣੇ ਜੀਵਨ ਦਾ ਵਹੀ ਖਾਤਾ ਲਿਖ ਦੇਵਾਂ। ਬਚਪਨ ਵਿੱਚ ਮੈਂ ਇੱਕ ਅਖਬਾਰ ਵਿੱਚ ਕੰਮ ਕਰਨ ਲੱਗ ਪਿਆ ਸਾਂ। ਬਿਜਲੀ ਬੋਰਡ ਅਤੇ ਬੈਂਕ ਵਿੱਚ ਗੁਜ਼ਾਰਿਆ ਸਮਾਂ, ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਪੜ੍ਹਨ ਲਈ ਤਿਆਰੀ। ਯੂਨੀਵਰਸਿਟੀ ਵਿੱਚ ਪਹਿਲਾਂ ਹੀ ਨਿਯੁਕਤ ਲੜਕੀ ਨਾਲ ਮੇਰੇ ਵਿਆਹ ਨਾਲ ਬਣੀ ਮੇਰੀ ਪਤਨੀ ਮੇਰੀ ਜ਼ਿੰਦਗੀ ਦੀ ਬਰਕਤ ਸਾਬਤ ਹੋਈ। ਹਰ ਕਿਸੇ ਦੇ ਜੀਵਨ ਵਿੱਚ ਕੁਝ ਮਹੱਤਵਪੂਰਨ ਮੋੜ ਆਉਂਦੇ ਹਨ ਜਿਹੜੇ ਵਿਅਕਤੀ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਸਾਰਦੇ ਹਨ ਅਤੇ ਪਹਿਲਾਂ ਹੀ ਉਸਰੇ ਹੋਏ ਨਾਲ ਨਵੀਆਂ ਪਰਤਾਂ ਜੋੜਦੇ ਹਨ। ਆਪਣੀ ਸਵੈ ਜੀਵਨੀ ਵਿੱਚ ਮੈਂ ਆਪਣੇ ਬਚਪਨ ਦੇ ਵੇਰਵੇ ਵਿਸਥਾਰ ਨਾਲ ਦਰਜ ਕੀਤੇ ਹਨ ਕਿਉਂਕਿ ਮੇਰਾ ਬਚਪਨ ਆਮ ਬੱਚਿਆਂ ਦੇ ਬਚਪਨ ਤੋਂ ਵੱਖਰੀ ਭਾਂਤ ਦਾ ਸੀ। ਜਿਹੜਾ ਆਮ ਬੱਚਿਆਂ ਲਈ ਖੇਡਣ ਦਾ ਸਮਾਂ ਸੀ ਉਹ ਮੇਰੇ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਾਂਤ-ਭਾਂਤ ਦੇ ਕੰਮ ਕਰਨ ਦਾ ਸਮਾਂ ਸੀ ਜਿਸ ਤੋਂ ਨਿਆਰੇ ਅਨੁਭਵ ਪ੍ਰਾਪਤ ਹੁੰਦੇ ਰਹੇ। ਇਹ ਕਿਤਾਬ ਤੁਸੀਂ ਆਪਣੇ ਪੇਪਰ ਦੀ ਤਿਆਰੀ ਦੇ ਨਾਲ ਪੜ੍ਹ ਲੈਣਾ, ਤੁਹਾਨੂੰ ਪ੍ਰੇਰਨਾ ਮਿਲੇਗੀ ਕਾਫੀ ਜ਼ਿਆਦਾ। ਸਿੱਧੇ ਅਸਿੱਧੇ ਰੂਪ ਵਿੱਚ ਤੁਹਾਨੂੰ ਫਾਇਦਾ ਮਿਲੇਗਾ। ਮੁਸ਼ਕਲ ਹਾਲਾਤਾਂ ਦੇ ਵਿੱਚ ਤੁਹਾਨੂੰ ਤਿਆਰੀ ਕਰਨ ਦੀ ਪ੍ਰੇਰਨਾ ਮਿਲੇਗੀ, ਇੱਕ ਊਰਜਾ ਮਿਲੇਗੀ ਨਵੀਂ। ਸਿੱਧੇ ਰੂਪ ਵਿੱਚ ਤਾਂ ਕੋਈ ਨਾ ਕੋਈ ਸਵਾਲ ਆ ਹੀ ਜਾਂਦਾ ਸਵੈ ਜੀਵਨੀ ਵਿੱਚੋਂ, ਤੁਹਾਨੂੰ ਉਹ ਫਾਇਦਾ ਹੋਵੇਗਾ। ਅਤੇ ਅਸਿੱਧੇ ਰੂਪ ਵਿੱਚ ਜੋ ਬਾਕੀ ਪ੍ਰਸ਼ਨਾਂ ਦੀ ਤਿਆਰੀ ਕਰਨੀ ਆ ਉਹਦੇ ਲਈ ਤੁਹਾਨੂੰ ਇਹ ਇੱਕ ਨਵੀਂ ਪ੍ਰੇਰਨਾ ਦੇਵੇਗੀ ਕਿਤਾਬ। ਮੇਰੀਆਂ ਖਾਣ ਪੀਣ ਦੀਆਂ ਆਦਤਾਂ ਬੜੀਆਂ ਸਾਦੀਆਂ, ਉਦਾਰ ਅਤੇ ਸਹਿਯੋਗੀ ਹਨ। ਕਿਸੇ ਚੀਜ਼ ਤੋਂ ਇਨਕਾਰ ਨਹੀਂ ਪਰ ਕਿਸੇ ਚੀਜ਼ ਲਈ ਤਾਂਘ ਵੀ ਨਹੀਂ। ਸਾਬਕਾ ਪ੍ਰੋਫੈਸਰ ਜਰਨਲਿਜ਼ਮ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਸਵੈ ਜੀਵਨੀ ਲਿਖਣ ਦੇ ਪੱਖੋਂ ਮੇਰੇ ਸਾਹਮਣੇ ਕਈ ਸਵੈ ਜੀਵਨੀਆਂ ਸਨ। ਮਨੋਵਿਗਿਆਨ ਦੇ ਪਿਤਾਮਾ ਅਤੇ ਨਿਰਮਾਤਾ ਫਰਾਇਡ ਦੀ ਉਦਾਹਰਨ ਤੋਂ ਮੈਂ ਪ੍ਰਭਾਵਿਤ ਸਾਂ। ਮੈਨੂੰ ਫਿਲਾਸਫੀ ਦਾ ਵਿਧੀਵਤ ਅਧਿਐਨ ਕਰਨ ਦਾ ਅਵਸਰ ਮਿਲਿਆ ਸੀ। ਫਰਾਇਡ ਦੇ ਮਨੋਵਿਗਿਆਨ ਨੇ ਹਰੇਕ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਵਿੱਚ ਉਲਝਿਆ ਬਿਮਾਰ ਵਿਖਾਇਆ ਹੈ, ਪਰੰਤੂ ਮੇਰਾ ਯਤਨ ਰਿਹਾ ਹੈ ਕਿ ਮਨੁੱਖ ਨੂੰ ਆਪਣੀਆਂ ਉਲਝਣਾਂ ਸਮੱਸਿਆਵਾਂ ਅਤੇ ਮੁਸ਼ਕਲਾਂ ਹੱਲ ਕਰਨ ਦੇ ਸਮਰੱਥ ਬਣਾਇਆ ਜਾਵੇ। ਇਹ ਪ੍ਰਸ਼ਨ ਪੁੱਛਿਆ ਜਾ ਸਕਦਾ, ਸਵੈ ਜੀਵਨੀ ਕੀ ਹੈ? ਨਰਿੰਦਰ ਸਿੰਘ ਕਪੂਰ। ਲਿਖਣ ਵਾਲੇ ਦੀ ਆਪਣੀ ਮੈਂ ਦਾ ਆਪ ਹੀ ਕੀਤਾ ਵਿਸ਼ਲੇਸ਼ਣ ਹੁੰਦੀ ਹੈ ਸਵੈ ਜੀਵਨੀ। ਇੱਕ ਨੇ ਆਪਣੀ ਸਵੈ ਜੀਵਨੀ ਇੱਕ ਵਾਕ ਵਿੱਚ ਹੀ ਨਿਪਟਾ ਦਿੱਤੀ। 40 ਰੁਪਏ 40 ਸਾਲ 40 ਕਰੋੜ। ਇਹ ਕੁਝ ਕੁ ਦੋ ਪੈਰੇ ਪੜ੍ਹ ਲੈਣਾ। ਸਾਹਿਤ ਪੜ੍ਹਨਾ ਅਤੇ ਸਾਹਿਤ ਰਚਨਾ ਦੋਵੇਂ ਕਾਰਜ ਵਿਅਕਤੀ ਦੀ ਸ਼ਖਸੀਅਤ ਨੂੰ ਉਸਾਰਨ, ਨਿਖਾਰਨ ਅਤੇ ਪ੍ਰਭਾਵਿਤ ਕਰਨ ਦਾ ਕਾਰਜ ਕਰਦੇ ਹਨ। ਮੇਰਾ ਆਪਣਾ ਅਨੁਭਵ ਰਿਹਾ ਹੈ ਕਿ ਮੈਂ ਜਿਉਂ-ਜਿਉਂ ਲਿਖਦਾ ਗਿਆ ਤਿਉਂ-ਤਿਉਂ ਪਾਠਕਾਂ ਦੇ ਹੁੰਗਾਰੇ ਨਾਲ ਮੇਰਾ ਸਵੈ ਵਿਸ਼ਵਾਸ ਵਧਿਆ ਅਤੇ ਮੈਂ ਨਵੇਂ ਅਣਛੋਹੇ ਵਿਸ਼ਿਆਂ 'ਤੇ ਲਿਖਣ ਦੇ ਪ੍ਰਯੋਗ ਕਰਦਾ ਰਿਹਾ, ਜਿਸ ਸਦਕਾ 40 ਸਾਲਾਂ ਦੌਰਾਨ ਮੈਂ ਲਗਭਗ 400 ਲੇਖ ਲਿਖੇ ਹਨ ਅਤੇ ਆਪਣੇ ਅਨੁਭਵਾਂ ਉੱਤੇ ਆਧਾਰਿਤ ਜੀਵਨ ਸੰਬੰਧੀ ਟਿੱਪਣੀਆਂ ਦੇ ਮਾਲਾ ਮੰਨ ਕੇ ਕੱਲਿਆਂ ਦਾ ਕਾਫਲਾ ਜਿਹੇ 5 ਸੰਗ੍ਰਹਿ ਲਿਖੇ ਹਨ। ਮੈਂ ਮਾਣ ਨਾਲ ਲਿਖ ਰਿਹਾ ਹਾਂ ਕਿ ਮੈਂ ਉਹਨਾਂ ਵਿਸ਼ਿਆਂ ਅਤੇ ਜੀਵਨ ਦੇ ਅਜਿਹੇ ਪੱਖਾਂ ਬਾਬਤ ਲਿਖਿਆ ਹੈ ਜਿਨ੍ਹਾਂ ਬਾਰੇ ਪਹਿਲਾਂ ਨਹੀਂ ਲਿਖਿਆ ਗਿਆ। ਇਸ ਪੱਖੋਂ ਪੰਜਾਬੀ ਵਿੱਚ ਇਹ ਨਿਵੇਕਲਾ ਉਪਰਾਲਾ ਸੀ
ਜੇ ਕੋਈ ਮੇਰੀਆਂ ਲਿਖਤਾਂ ਦਾ ਵਿਉਂਤ ਬਣਾ ਕੇ ਅਧਿਐਨ ਕਰੇ ਤਾਂ ਉਹ ਵੀ ਲੇਖਕ ਬਣ ਜਾਵੇਗਾ। 2 ਸਾਲ ਦੀ ਉਮਰ ਸੀ ਲੇਖਕ ਦੀ ਜਦੋਂ ਦੇਸ਼ ਆਜ਼ਾਦ ਹੋਇਆ, ਸ਼ਰਨਾਰਥੀਆਂ ਦੇ ਰੂਪ ਵਿੱਚ ਆਏ। ਕੁਝ ਕੁ ਅਜਿਹੇ ਵੀ ਦੇਖੇ ਜੋ ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਨੂੰ ਪਸੰਦ ਨਹੀਂ ਕਰਦੇ। ਫਿਰ ਉਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ। ਉਹ ਅਜਿਹੇ ਵਿਅਕਤੀ ਸੀ ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦਾ ਜ਼ਿਆਦਾ ਡੂੰਘੀ ਗੱਲ ਦੇ ਵਿੱਚ ਕਿਹਾ ਗਿਆ ਕੋਈ ਵਾਕ। ਮੈਂ 8 ਸਾਲ ਦਾ ਸਾਂ ਜਦੋਂ ਸਾਡੇ ਘਰ ਤੋਂ ਲਗਭਗ 2 ਫਰਲਾਂਗ ਦੀ ਦੂਰੀ 'ਤੇ ਇੱਕ ਵੱਡੇ ਗੇਟ ਵਾਲੇ ਘਰ ਵਿੱਚ ਇੱਕ ਬਾਣੀਏ ਪਰਿਵਾਰ ਵਿੱਚ ਵਿਆਹ ਸੀ। ਅਤੇ ਕੁਝ ਚਿਰ ਪਹਿਲਾਂ ਉਸ ਘਰ ਦੀ ਬਾਣੀਆ ਮਾਲਕਣ ਨੇ ਮੇਰੀ ਮਾਂ ਨੂੰ ਕਿਹਾ ਕਿ ਵਿਆਹ ਦੌਰਾਨ ਕਿਸੇ ਚੰਗੀ ਭਾਂਡੇ ਮਾਂਜਣ ਵਾਲੀ ਦਾ ਪ੍ਰਬੰਧ ਕਰ ਦੇਵੋ। ਉਸ ਵੇਲੇ ਦੇ ਹਾਲਾਤ ਅਜਿਹੇ ਸਨ ਕਿ ਜਿਸ ਨੂੰ ਜਿਹੜਾ ਕੰਮ ਮਿਲਦਾ ਸੀ ਉਹ ਕਰ ਲਿਆ ਜਾਂਦਾ ਸੀ। ਉਸ ਵੇਲੇ ਵਿਆਹ 'ਤੇ ਹਲਵਾਈ ਤਾਂ ਬਿਠਾਏ ਜਾਂਦੇ ਸਨ, ਪਰ ਵਿਆਹ ਵਿੱਚ ਬਹਿਰੇ ਨਹੀਂ ਸਨ ਹੁੰਦੇ। ਰਿਸ਼ਤੇਦਾਰ ਜਵਾਨ ਮੁੰਡੇ ਕੁੜੀਆਂ ਹੀ ਖਵਾਉਣ ਪਿਆਉਣ ਦੀ ਸੇਵਾ ਕਰਦੇ ਸਨ। ਮੇਰੀ ਮਾਂ ਨੇ ਕਿਹਾ, ਮੈਂ ਹੀ ਭਾਂਡੇ ਮਾਂਜ ਦਿਆਂਗੀ। ਮੇਰੀ ਮਾਂ ਉਸ ਬਨਿਆਣੀ ਮਾਲਕਣ ਦੀ ਤੁਲਨਾ ਵਿੱਚ ਬਹੁਤ ਸੋਹਣੀ ਸੀ। ਉਹ ਮਾਲਕਣ ਨੇ ਕਿਹਾ ਸੀ, ਤੈਨੂੰ ਵੇਖ ਕੇ ਲੋਕ ਤੈਨੂੰ ਮਾਲਕਣ ਅਤੇ ਮੈਨੂੰ ਭਾਂਡੇ ਮਾਂਜਣ ਵਾਲੀ ਸਮਝਣਗੇ। ਇਸ ਸਮੱਸਿਆ ਦੇ ਹੱਲ ਵਜੋਂ ਮੇਰੀ ਮਾਂ ਨੇ ਕਿਹਾ ਸੀ, ਮੈਂ ਲੁੱਕ ਕੇ ਸਾਰਾ ਕੰਮ ਕਰ ਦਿਆਂਗੀ। ਮੇਰੀ ਮਾਂ 4 ਦਿਨ ਉਸ ਘਰ ਵਿੱਚ ਕੰਮ ਕਰਨ ਲਈ ਗਈ ਅਤੇ ਉਹ ਮੈਨੂੰ ਨਾਲ ਲੈ ਜਾਂਦੀ ਸੀ। ਜਦੋਂ ਮੇਰੀ ਮਾਂ ਉੱਥੇ ਕੰਮ ਕਰਦੀ ਸੀ ਤਾਂ ਮੈਨੂੰ ਉਸ ਦਾ ਉੱਥੇ ਭਾਂਡੇ ਮਾਂਜਣਾ ਚੰਗਾ ਨਹੀਂ ਸੀ ਲੱਗਦਾ। ਵਿਚਕਾਰਲੇ 2 ਦਿਨ ਜਿਸ ਤਰ੍ਹਾਂ ਲੋਕ ਮੇਰੀ ਮਾਂ ਨੂੰ ਵੇਖਦੇ ਸਨ ਉਹ ਮੈਨੂੰ ਪਰੇਸ਼ਾਨ ਕਰਦਾ ਸੀ। ਮੈਨੂੰ ਯਾਦ ਹੈ ਕਿ ਉਹ 2 ਦਿਨ ਮੈਂ ਬੜੀ ਮੁਸ਼ਕਲ ਅਤੇ ਮਾਨਸਿਕ ਪਰੇਸ਼ਾਨੀ ਵਾਲੀ ਹਾਲਤ ਵਿੱਚ ਗੁਜ਼ਾਰੇ ਸਨ ਅਤੇ ਇਸ ਦੌਰਾਨ ਮੈਂ ਇਸ ਕਸ਼ਮਕਸ਼ ਵਿੱਚ ਸੋਚਦਾ ਰਿਹਾ ਸਾਂ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਕਹਾਂ ਕਿ ਉਹ ਮੰਨ ਜਾਵੇ ਕਿ ਅੱਗੋਂ ਕਿਸੇ ਦੇ ਘਰ ਭਾਂਡੇ ਮਾਂਜਣ ਨਹੀਂ ਜਾਣਾ। ਇਸ ਕਸ਼ਮਕਸ਼ ਤੋਂ ਮੈਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਉੱਥੇ ਮੇਰੀ ਸੋਚਣ ਦੀ ਆਦਤ ਦੀ ਸ਼ੁਰੂਆਤ ਹੋਈ ਸੀ। ਜੋ ਮੈਂ ਲਿਖ ਰਿਹਾ ਹਾਂ ਇਹ ਸਭ ਕੁਝ ਲਿਖਣ ਤੋਂ ਪਹਿਲਾਂ ਮੈਂ ਇਸ ਦੁਚਿੱਤੀ ਵਿੱਚੋਂ ਗੁਜ਼ਰਿਆ ਹਾਂ ਕਿ ਸਭ ਕੁਝ ਮੈਂ ਲਿਖਾਂ ਕਿ ਨਾ ਲਿਖਾਂ, ਕਿਉਂਕਿ ਅਜਿਹਾ ਲਿਖਣ ਵਿੱਚ ਨਾ ਮੇਰੀ ਸੁਰਮਗਤੀ ਝਲਕਦੀ ਹੈ ਅਤੇ ਨਾ ਹੀ ਮੇਰੀ ਮਾਂ ਦਾ ਸਤਿਕਾਰ ਵੱਧਦਾ ਹੈ। ਇਹ ਸਭ ਕੁਝ ਮੈਂ ਨਿਰੋਲ ਇਸ ਭਾਵ ਨਾਲ ਲਿਖ ਰਿਹਾ ਹਾਂ ਕਿ ਮੈਂ ਦੱਸ ਸਕਾਂ ਕਿ ਉਹ ਸਮੇਂ ਉੱਜੜ ਕੇ ਆਏ ਸ਼ਰਨਾਰਥੀਆਂ ਨੂੰ ਕਿੰਨਾ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ। ਦੇਸ਼ ਕੋਈ ਹੋਵੇ, ਸ਼ਰਨਾਰਥੀਆਂ ਨੂੰ ਅਜਿਹੀਆਂ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਜੇ ਤੁਸੀਂ ਕਦੇ ਸ਼ਰਨਾਰਥੀ ਨਹੀਂ ਬਣੇ ਤਾਂ ਇਸ ਗੱਲ ਦਾ ਮਾਣ ਕਰੋ। 4 ਦਿਨਾਂ ਮਗਰੋਂ ਜਦੋਂ ਮੈਂ ਆਪਣੀ ਮਾਂ ਨਾਲ ਆਪਣੇ ਘਰ ਵੱਲ ਆ ਰਿਹਾ ਸਾਂ ਤਾਂ ਮੈਂ ਡਰਦੇ ਨੇ ਪਰ ਹੌਸਲਾ ਕਰਕੇ ਆਪਣੀ ਮਾਂ ਨੂੰ ਕਿਹਾ, ਅੱਗੋਂ ਕਿਸੇ ਦੇ ਘਰ ਅਸੀਂ ਭਾਂਡੇ ਮਾਂਜਣ ਨਹੀਂ ਜਾਣਾ। ਮੇਰੇ ਅਸੀਂ ਨਹੀਂ ਜਾਣਾ ਵਾਲੇ ਸ਼ਬਦ ਨੇ ਸ਼ਾਇਦ ਅਸਰ ਕੀਤਾ ਸੀ ਅਤੇ ਮੇਰੀ ਮਾਂ ਨੇ ਕਿਹਾ, ਨਹੀਂ ਜਾਵਾਂਗੀ। ਮੇਰੇ ਇਹਨਾਂ ਸ਼ਬਦਾਂ ਨਾਲ ਅਤੇ ਮੇਰੀ ਮਾਂ ਦੇ ਦਿੱਤੇ ਜਵਾਬ ਨਾਲ ਉਸੇ ਪਲ ਉਸੇ ਰਸਤੇ ਵਿੱਚ ਹੀ ਮੇਰਾ ਬਚਪਨ ਮੁੱਕ ਗਿਆ ਸੀ। ਇਹ ਸਵੈ ਜੀਵਨੀ ਨਰਿੰਦਰ ਸਿੰਘ ਕਪੂਰ ਦੀ ਸਵੈ ਜੀਵਨੀ ਹੈ। ਤਾਂ ਤੁਹਾਨੂੰ ਕਾਫੀ ਪ੍ਰੇਰਨਾ ਮਿਲੇਗੀ ਇਸ ਕਿਤਾਬ ਦੇ ਵਿੱਚੋਂ। ਪਰ ਤੁਸੀਂ ਇਸ ਨੂੰ ਆਪਣੀ ਪੇਪਰ ਦੀ ਤਿਆਰੀ ਦੇ ਨਾਲ ਹੀ ਜ਼ਰੂਰ ਪੜ੍ਹ ਲੈਣਾ ਜੇ ਪੜ੍ਹ ਸਕੋ ਤਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।